ਅਕਲ ਦੀ ਦੁਕਾਨ ਪੰਜਾਬੀ ਕਹਾਣੀ। ਇੱਕ ਪਿੰਡ ਵਿੱਚ ਇੱਕ ਬਹੁਤ ਹੀ ਅਜੀਬ ਦੁਕਾਨ ਖੁੱਲੀ। ਉਸ ਦੇ ਬਾਹਰ ਵੱਡਾ ਬੋਰਡ ਲੱਗਾ ਸੀ, ਅਕਲ ਲੈ ਲਓ, ਅਕਲ ਲੈ ਲਓ, ਇਹ ਹੈ ਅਕਲ ਦੀ ਦੁਕਾਨ। ਪਿੰਡ ਦੇ ਲੋਕ ਹੈਰਾਨ ਰਹਿ ਗਏ। ਸਭ ਸੋਚਣ ਲੱਗ ਪਏ ਕਿ ਅਕਲ ਵੀ ਕੋਈ ਖਰੀਦੀ ਜਾਂਦੀ ਚੀਜ਼ ਹੈ। ਪਰ ਲੋਕ ਤਜਰਬੇ ਲਈ ਗਏ। ਇੱਕ ਮੂਰਖ ਆਦਮੀ ਅੰਦਰ ਗਿਆ ਤੇ ਪੁੱਛਿਆ, ਮੈਨੂੰ ਵੀ ਕੁਝ ਅਕਲ ਦੇ ਦਿਓ ਜੀ। ਦੁਕਾਨਦਾਰ ਨੇ ਕਿਹਾ, ਜੇ ਅਕਲ ਲੈਣੀ ਹੈ ਤਾਂ ਆਪਣੀਆਂ ਗਲਤੀਆਂ ਮੰਨਣੀਆਂ ਪੈਣਗੀਆਂ ਅਤੇ ਉਹਨਾਂ ਤੋਂ ਸਿੱਖਣਾ ਪਵੇਗਾ। ਫਿਰ ਹਰ ਗਾਹਕ ਨੂੰ ਆਪਣੀ ਕੋਈ ਨਾ ਕੋਈ ਮੂਰਖਤਾ ਦਿਖਾਈ ਗਈ। ਕਿਸੇ ਨੂੰ ਦੱਸਿਆ ਗਿਆ ਕਿ ਉਹ ਬਿਨਾਂ ਸੋਚੇ ਸਮਝੇ ਗੱਲ ਕਰਦਾ ਹੈ। ਕਿਸੇ ਨੂੰ ਦੱਸਿਆ ਗਿਆ ਕਿ ਉਹ ਲਾਲਚ ਕਰਦਾ ਹੈ। ਕਿਸੇ ਨੂੰ ਦੱਸਿਆ ਕਿ ਉਹ ਬਿਨਾਂ ਮਿਹਨਤ ਦੇ ਨਤੀਜੇ ਦੀ ਉਮੀਦ ਕਰਦਾ ਹੈ। ਜੋ ਆਪਣੀ ਗਲਤੀ ਮੰਨਦਾ ਗਿਆ, ਉਸ ਨੂੰ ਅਕਲ ਮਿਲਦੀ ਗਈ। ਅਖੀਰ ਵਿੱਚ ਸਭ ਨੂੰ ਸਮਝ ਆ ਗਿਆ ਕਿ ਅਸਲ ਅਕਲ ਦੀ ਦੁਕਾਨ ਕੋਈ ਬਾਜ਼ਾਰ ਵਿੱਚ ਨਹੀਂ ਹੁੰਦੀ। ਅਕਲ ਤਾਂ ਆਪਣੀਆਂ ਗਲਤੀਆਂ ਤੋਂ ਸਿੱਖ ਕੇ, ਸੋਚ ਕੇ ਤੇ ਸਮਝ ਕੇ ਜੀਣ ਨਾਲ ਆਉਂਦੀ ਹੈ। ਇੱਕ ਪਿੰਡ ਵਿੱਚ ਅਜੀਬ ਖਬਰ ਫੈਲ ਗਈ। ਪਿੰਡ ਦੇ ਚੌਰਾਹੇ ਤੇ ਅਕਲ ਦੀ ਦੁਕਾਨ ਖੁੱਲੀ ਹੈ। ਉੱਥੇ ਜਾ ਕੇ ਅਕਲ ਮਿਲਦੀ ਹੈ। ਸਭ ਲੋਕ ਹੈਰਾਨ ਹੋਏ। ਕੁਝ ਹੱਸਣ ਲੱਗ ਪਏ, ਕੁਝ ਸੋਚਣ ਲੱਗ ਪਏ। ਪਰ ਉਤਸੁਕਤਾ ਕਰਕੇ ਲੋਕ ਇੱਕ ਇੱਕ ਕਰਕੇ ਉੱਥੇ ਜਾਣ ਲੱਗੇ। ਪਹਿਲਾ ਗਾਹਕ, ਇੱਕ ਆਲਸੀ ਆਦਮੀ ਗਿਆ ਤੇ ਕਿਹਾ, ਮੈਨੂੰ ਅਕਲ ਦਿਓ ਜੀ, ਮੈਂ ਹਰ ਕੰਮ ਅਧੂਰਾ ਛੱਡ ਦਿੰਦਾ ਹਾਂ। ਦੁਕਾਨਦਾਰ ਨੇ ਉਸ ਦੇ ਹੱਥ ਵਿੱਚ ਇੱਕ ਸ਼ੀਸ਼ਾ ਦੇ ਦਿੱਤਾ ਤੇ ਕਿਹਾ, ਆਪਣੇ ਆਪ ਨੂੰ ਵੇਖੋ, ਕੰਮ ਨਾ ਕਰਨ ਕਰਕੇ ਤੁਹਾਡੀ ਹਾਲਤ ਕੀ ਬਣੀ ਹੈ। ਜੇ ਮਿਹਨਤ ਕਰੋਗੇ ਤਾਂ ਤਰੱਕੀ ਹੋਵੇਗੀ, ਨਹੀਂ ਤਾਂ ਲੋਕ ਹੱਸਣਗੇ। ਆਲਸੀ ਨੂੰ ਅਕਲ ਆ ਗਈ ਤੇ ਉਹ ਮਿਹਨਤੀ ਬਣ ਗਿਆ। ਦੂਜਾ ਗਾਹਕ, ਇੱਕ ਲਾਲਚੀ ਆਦਮੀ ਆਇਆ ਤੇ ਕਿਹਾ, ਮੈਨੂੰ ਅਕਲ ਦਿਓ, ਮੈਂ ਹਮੇਸ਼ਾ ਹੋਰਨਾਂ ਦੀਆਂ ਚੀਜ਼ਾਂ ਵੇਖ ਕੇ ਲੋਭ ਕਰਦਾ ਹਾਂ। ਦੁਕਾਨਦਾਰ ਨੇ ਉਸ ਨੂੰ ਖਾਲੀ ਥਾਲੀ ਦਿੱਤੀ ਤੇ ਕਿਹਾ, ਇਸ ਨੂੰ ਭਰ ਕੇ ਵੇਖੋ, ਚਾਹੇ ਜਿੰਨਾ ਵੀ ਪਾਓ, ਕਦੇ ਨਹੀਂ ਭਰੇਗੀ। ਇਹੀ ਲਾਲਚ ਦੀ ਨਿਸ਼ਾਨੀ ਹੈ, ਜਿੰਨਾ ਮਿਲੇ, ਥੋੜਾ ਹੀ ਲੱਗਦਾ ਹੈ। ਸੰਤੁਸ਼ਟ ਰਹੋ, ਤਾਂ ਅਸਲ ਖੁਸ਼ੀ ਮਿਲੇਗੀ। ਲਾਲਚੀ ਆਦਮੀ ਨੂੰ ਸਮਝ ਆ ਗਈ। ਤੀਜਾ ਗਾਹਕ, ਫਿਰ ਇੱਕ ਅਹੰਕਾਰੀ ਆਦਮੀ ਆਇਆ। ਉਹ ਹੰਕਾਰ ਨਾਲ ਬੋਲਿਆ, ਮੈਨੂੰ ਸਭ ਕੁਝ ਪਤਾ ਹੈ, ਫਿਰ ਵੀ ਅਕਲ ਦੇ ਦਿਓ। ਦੁਕਾਨਦਾਰ ਹੌਲੀ ਹੱਸਿਆ ਤੇ ਉਸ ਨੂੰ ਇੱਕ ਕੱਪ ਦਿੱਤਾ। ਕੱਪ ਪਾਣੀ ਨਾਲ ਪੂਰਾ ਭਰਿਆ ਹੋਇਆ ਸੀ। ਜਦੋਂ ਉਹ ਹੋਰ ਪਾਣੀ ਪਾਉਣ ਲੱਗਾ, ਤਾਂ ਪਾਣੀ ਬਾਹਰ ਡਿੱਗ ਗਿਆ। ਦੁਕਾਨਦਾਰ ਨੇ ਕਿਹਾ, ਜੋ ਕੱਪ ਪਹਿਲਾਂ ਹੀ ਭਰਿਆ ਹੋਇਆ ਹੈ, ਉਸ ਵਿੱਚ ਨਵਾਂ ਗਿਆਨ ਨਹੀਂ ਆ ਸਕਦਾ। ਜੇ ਨਵੀਂ ਅਕਲ ਲੈਣੀ ਹੈ ਤਾਂ ਪਹਿਲਾਂ ਅਹੰਕਾਰ ਖਾਲੀ ਕਰੋ। ਅਹੰਕਾਰੀ ਨੂੰ ਸਿੱਖ ਮਿਲੀ। ਇਸ ਤਰ੍ਹਾਂ ਇੱਕ ਇੱਕ ਕਰਕੇ ਕਈ ਲੋਕ ਗਏ ਤੇ ਆਪਣੀ ਗਲਤੀ ਵੇਖ ਕੇ ਸਿੱਖਿਆ ਲੈਣ ਲੱਗੇ। ਪਿੰਡ ਦੇ ਲੋਕਾਂ ਨੂੰ ਅਸਲ ਵਿੱਚ ਸਮਝ ਆ ਗਈ ਕਿ ਅਕਲ ਕੋਈ ਚੀਜ਼ ਨਹੀਂ ਜੋ ਦੁਕਾਨ ਤੋਂ ਖਰੀਦੀ ਜਾਵੇ। ਅਕਲ ਤਾਂ ਤਜਰਬੇ, ਗਲਤੀਆਂ ਤੋਂ ਸਿੱਖਣ ਅਤੇ ਹੋਰਨਾਂ ਦੀਆਂ ਗੱਲਾਂ ਨੂੰ ਸਮਝਣ ਨਾਲ ਆਉਂਦੀ ਹੈ। ਅਖੀਰਕਾਰ ਉਹ ਦੁਕਾਨ ਗਾਇਬ ਹੋ ਗਈ। ਲੋਕ ਕਹਿਣ ਲੱਗੇ, ਅਕਲ ਦੀ ਦੁਕਾਨ ਤਾਂ ਹਰ ਇੱਕ ਦੇ ਅੰਦਰ ਹੈ, ਬਸ ਵੇਖਣ ਵਾਲੀਆਂ ਅੱਖਾਂ ਤੇ ਸਿੱਖਣ ਵਾਲਾ ਦਿਲ ਚਾਹੀਦਾ ਹੈ। ਪਿੰਡ ਵਿੱਚ ਜਦੋਂ ਸਭ ਨੂੰ ਸਿੱਖ ਮਿਲਣ ਲੱਗੀ ਤਾਂ ਲੋਕਾਂ ਦੀ ਸੋਚ ਬਦਲਣੀ ਸ਼ੁਰੂ ਹੋ ਗਈ। ਹੁਣ ਪਿੰਡ ਵਿੱਚ ਝਗੜੇ ਘੱਟ ਹੋਣ ਲੱਗ ਪਏ, ਲੋਕ ਇੱਕ ਦੂਜੇ ਦੀ ਮਦਦ ਕਰਨ ਲੱਗੇ। ਚੌਥਾ ਗਾਹਕ, ਮੂਰਖ ਮੁੰਡਾ। ਇੱਕ ਦਿਨ ਇੱਕ ਛੋਟਾ ਮੁੰਡਾ ਦੁਕਾਨ ਤੇ ਆਇਆ। ਉਸਨੇ ਕਿਹਾ, ਚਾਚਾ ਜੀ, ਮੈਨੂੰ ਵੀ ਅਕਲ ਦਿਓ। ਮੈਂ ਹਰ ਵੇਲੇ ਖੇਡਾਂ ਵਿੱਚ ਹੀ ਲੱਗਾ ਰਹਿੰਦਾ ਹਾਂ, ਪੜ੍ਹਾਈ ਨਹੀਂ ਕਰਦਾ। ਦੁਕਾਨਦਾਰ ਨੇ ਉਸ ਨੂੰ ਇੱਕ ਖਾਲੀ ਕਾਪੀ ਤੇ ਪੈਨਸਿਲ ਦਿੱਤੀ। ਫਿਰ ਕਿਹਾ, ਖੇਡਣ ਨਾਲ ਤੰਦਰੁਸਤੀ ਬਣਦੀ ਹੈ, ਪਰ ਬਿਨਾਂ ਪੜ੍ਹਾਈ ਦੇ ਜੀਵਨ ਅਧੂਰਾ ਰਹਿੰਦਾ ਹੈ। ਜੇ ਇਹ ਕਾਪੀ ਗਿਆਨ ਨਾਲ ਭਰੋਗੇ, ਤਾਂ ਅਸਲੀ ਅਕਲ ਤੁਹਾਡੇ ਨਾਲ ਜ਼ਿੰਦਗੀ ਭਰ ਰਹੇਗੀ। ਮੁੰਡਾ ਘਰ ਜਾ ਕੇ ਪੜ੍ਹਾਈ ਕਰਨ ਲੱਗਾ। ਪੰਜਵਾਂ ਗਾਹਕ, ਚਲਾਕ ਬੰਦਾ। ਇੱਕ ਚਲਾਕ ਆਦਮੀ ਆਇਆ ਤੇ ਸੋਚਿਆ, ਜੇ ਇੱਥੇ ਤੋਂ ਅਕਲ ਖਰੀਦ ਕੇ ਹੋਰਨਾਂ ਨੂੰ ਵੇਚਾਂਗਾ ਤਾਂ ਮੈਂ ਅਮੀਰ ਹੋ ਜਾਵਾਂਗਾ। ਉਸਨੇ ਦੁਕਾਨਦਾਰ ਤੋਂ ਪੁੱਛਿਆ, ਕੀ ਮੈਂ ਤੁਹਾਡੀ ਦੁਕਾਨ ਤੋਂ ਅਕਲ ਲੈ ਕੇ ਅੱਗੇ ਵੇਚ ਸਕਦਾ ਹਾਂ? ਦੁਕਾਨਦਾਰ ਮੁਸਕਰਾ ਕੇ ਬੋਲੇ, ਅਕਲ ਕੋਈ ਸਮਾਨ ਨਹੀਂ ਜੋ ਇੱਕ ਤੋਂ ਦੂਜੇ ਨੂੰ ਵੇਚੀ ਜਾਵੇ। ਅਕਲ ਤਾਂ ਸਿਰਫ ਦਿੱਤੀ ਜਾ ਸਕਦੀ ਹੈ, ਸਿੱਖਿਆ, ਸਲਾਹ, ਤਜਰਬਾ ਸਾਂਝਾ ਕਰਕੇ। ਜੇ ਤੁਸੀਂ ਵੰਡੋਗੇ ਤਾਂ ਖਤਮ ਨਹੀਂ ਹੋਵੇਗੀ, ਬਲਕਿ ਹੋਰ ਵਧੇਗੀ। ਚਲਾਕ ਨੂੰ ਅਸਲੀ ਚਲਾਕੀ ਦਾ ਭੇਦ ਸਮਝ ਆ ਗਿਆ। ਛੇਵਾਂ ਗਾਹਕ, ਬੁੱਢੀ ਮਾਈ। ਅੰਤ ਵਿੱਚ ਇੱਕ ਬੁੱਢੀ ਮਾਈ ਆਈ। ਉਸਨੇ ਕਿਹਾ, ਮੈਂ ਆਪਣੀ ਉਮਰ ਪਰ ਸਭ ਕੁਝ ਵੇਖ ਲਿਆ। ਕੀ ਹੁਣ ਵੀ ਮੈਨੂੰ ਕੋਈ ਨਵੀਂ ਅਕਲ ਮਿਲ ਸਕਦੀ ਹੈ? ਦੁਕਾਨਦਾਰ ਨੇ ਕਿਹਾ, ਜਿਹੜਾ ਮਨੁੱਖ ਸੋਚਦਾ ਹੈ ਕਿ ਹੁਣ ਮੈਨੂੰ ਸਭ ਕੁਝ ਆ ਗਿਆ ਹੈ, ਉਸ ਦਾ ਸਫ਼ਰ ਖਤਮ ਹੋ ਜਾਂਦਾ ਹੈ। ਪਰ ਜਿਹੜਾ ਕਹਿੰਦਾ ਹੈ ਕਿ ਮੈਂ ਅਜੇ ਵੀ ਸਿੱਖ ਸਕਦਾ ਹਾਂ, ਉਸ ਦਾ ਸਫ਼ਰ ਕਦੇ ਖਤਮ ਨਹੀਂ ਹੁੰਦਾ। ਅਕਲ ਦੀ ਕੋਈ ਉਮਰ ਨਹੀਂ। ਜਦ ਤੱਕ ਸਾਹ ਹੈ, ਤਦ ਤੱਕ ਸਿੱਖਣ ਦਾ ਮੌਕਾ ਹੈ। ਮਾਈ ਨੇ ਸਿਰ ਹਿਲਾਇਆ ਤੇ ਕਿਹਾ, ਬੇਟਾ,
ਇਹ ਗੱਲ ਤਾਂ ਮੈਂ ਆਪਣੇ ਪੋਤਰੇ ਪੋਤਰੀਆਂ ਨੂੰ ਜ਼ਰੂਰ ਸਿਖਾਵਾਂਗੀ। ਅੰਤ ਕੁਝ ਸਮੇਂ ਬਾਅਦ ਉਹ ਦੁਕਾਨ ਅਚਾਨਕ ਬੰਦ ਹੋ ਗਈ। ਲੋਕ ਹੈਰਾਨ ਹੋਏ, ਹੁਣ ਅਕਲ ਕਿੱਥੋਂ ਮਿਲੇਗੀ? ਦੁਕਾਨਦਾਰ ਦੀ ਆਵਾਜ਼ ਹਵਾ ਵਿੱਚ ਗੂੰਜੀ, ਜਦੋਂ ਤੁਸੀਂ ਆਪਣੀਆਂ ਗਲਤੀਆਂ ਤੋਂ ਸਿੱਖਣ ਲੱਗ ਪਏ ਹੋ, ਜਦੋਂ ਤੁਸੀਂ ਇੱਕ ਦੂਜੇ ਦੀ ਮਦਦ ਕਰਨ ਲੱਗ ਪਏ ਹੋ, ਤਾਂ ਸਮਝੋ ਅਕਲ ਦੀ ਦੁਕਾਨ ਹੁਣ ਤੁਹਾਡੇ ਦਿਲਾਂ ਵਿੱਚ ਖੁੱਲ ਗਈ ਹੈ। ਅਕਲ ਦੀ ਖਰੀਦ ਫਰੋਖਤ ਨਹੀਂ ਹੁੰਦੀ, ਇਹ ਸਿਰਫ ਸੋਚ, ਤਜਰਬੇ ਅਤੇ ਸਿੱਖਿਆ ਨਾਲ ਪੈਦਾ ਹੁੰਦੀ ਹੈ। ਜਿਹੜਾ ਮਨੁੱਖ ਸਿੱਖਣਾ ਛੱਡ ਦਿੰਦਾ ਹੈ, ਉਹ ਜੀਣਾ ਵੀ ਛੱਡ ਦਿੰਦਾ ਹੈ। ਦੁਕਾਨ ਬੰਦ ਹੋਣ ਤੋਂ ਬਾਅਦ ਪਿੰਡ ਦੇ ਲੋਕ ਪਹਿਲਾਂ ਤਾਂ ਥੋੜੇ ਉਦਾਸ ਹੋਏ। ਉਹ ਸੋਚਣ ਲੱਗੇ, ਹੁਣ ਜੇ ਕੋਈ ਨਵੀਂ ਗਲਤੀ ਹੋ ਗਈ ਤਾਂ ਸਾਨੂੰ ਕੌਣ ਅਕਲ ਦੇਵੇਗਾ? ਪਰ ਕੁਝ ਦਿਨਾਂ ਬਾਅਦ ਉਹਨਾਂ ਨੇ ਵੇਖਿਆ ਕਿ ਹੁਣ ਉਹ ਆਪ ਹੀ ਇੱਕ ਦੂਜੇ ਨੂੰ ਸਿੱਖਿਆ ਦੇਣ ਲੱਗ ਪਏ ਹਨ। ਪਿੰਡ ਦੀ ਬਦਲਾਵ, ਜੇ ਕੋਈ ਬੱਚਾ ਆਲਸ ਕਰਦਾ ਤਾਂ ਉਸ ਨੂੰ ਪੜ੍ਹਾਈ ਦੀ ਕਾਪੀ ਤੇ ਸ਼ੀਸ਼ੇ ਵਾਲੀ ਸਿੱਖ ਦਿਖਾਈ ਜਾਂਦੀ। ਜੇ ਕੋਈ ਲਾਲਚ ਕਰਦਾ ਤਾਂ ਲੋਕ ਉਸ ਨੂੰ ਖਾਲੀ ਥਾਲੀ ਦੀ ਕਹਾਣੀ ਸੁਣਾਉਂਦੇ। ਜੇ ਕੋਈ ਅਹੰਕਾਰੀ ਬਣਦਾ ਤਾਂ ਪਾਣੀ ਨਾਲ ਭਰੇ ਕੱਪ ਦੀ ਮਿਸਾਲ ਦਿੱਤੀ ਜਾਂਦੀ। ਹੁਣ ਲੋਕਾਂ ਨੂੰ ਸਮਝ ਆ ਗਿਆ ਕਿ ਅਸਲ ਅਕਲ ਬਾਹਰੋਂ ਨਹੀਂ ਆਉਂਦੀ, ਉਹ ਤਜਰਬੇ ਅਤੇ ਯਾਦਾਂ ਰਾਹੀਂ ਪੀੜ੍ਹੀ ਦਰ ਪੀੜ੍ਹੀ ਵੰਡਣੀ ਪੈਂਦੀ ਹੈ। ਬੱਚਿਆਂ ਦੀ ਨਵੀਂ ਦੁਕਾਨ। ਇੱਕ ਦਿਨ ਪਿੰਡ ਦੇ ਕੁਝ ਮੁੰਡਿਆਂ ਤੇ ਕੁੜੀਆਂ ਨੇ ਮਿਲ ਕੇ ਆਪਣੇ ਖੇਡਾਂ ਵਿੱਚ ਹੀ ਇੱਕ ਛੋਟੀ ਅਕਲ ਦੀ ਦੁਕਾਨ ਬਣਾਈ। ਉਹ ਗੁੱਡਿਆਂ ਨੂੰ ਗਾਹਕ ਬਣਾਉਂਦੇ ਅਤੇ ਆਪ ਸਿੱਖਾਂ ਵੇਚਦੇ। ਕੋਈ ਕਹਿੰਦਾ ਆਲਸੀ ਗੁੱਡੇ ਨੂੰ ਮਿਹਨਤ ਦੀ ਅਕਲ ਦਿਓ, ਕੋਈ ਕਹਿੰਦਾ ਲਾਲਚੀ ਗੁੱਡੀ ਨੂੰ ਸੰਤੁਸ਼ਟੀ ਦੀ ਅਕਲ ਦਿਓ। ਹੌਲੀ ਹੌਲੀ ਉਹ ਖੇਡ ਸੱਚ ਬਣ ਗਈ। ਪਿੰਡ ਦਾ ਹਰ ਬੱਚਾ ਛੋਟਾ ਦੁਕਾਨਦਾਰ ਬਣ ਗਿਆ, ਜੋ ਅਕਲ ਵੰਡਦਾ ਸੀ। ਦੁਕਾਨਦਾਰ ਦੀ ਵਾਪਸੀ। ਇੱਕ ਰਾਤ ਸੁਪਨੇ ਵਿੱਚ ਪਿੰਡ ਦੇ ਲੋਕਾਂ ਨੂੰ ਉਹ ਪੁਰਾਣਾ ਦੁਕਾਨਦਾਰ ਨਜ਼ਰ ਆਇਆ। ਉਸਨੇ ਹੱਸ ਕੇ ਕਿਹਾ, ਹੁਣ ਮੇਰਾ ਕੰਮ ਮੁੱਕ ਗਿਆ। ਤੁਸੀਂ ਆਪ ਹੀ ਅਕਲ ਦੇ ਵਪਾਰੀ ਬਣ ਗਏ ਹੋ। ਜਦੋਂ ਤੱਕ ਤੁਸੀਂ ਇੱਕ ਦੂਜੇ ਨੂੰ ਸਿਖਾਉਂਦੇ ਰਹੋਗੇ, ਮੇਰੀ ਦੁਕਾਨ ਹਮੇਸ਼ਾ ਤੁਹਾਡੇ ਅੰਦਰ ਖੁੱਲੀ ਰਹੇਗੀ। ਇਸ ਤੋਂ ਬਾਅਦ ਪਿੰਡ ਵਿੱਚ ਕਦੇ ਝਗੜੇ ਨਹੀਂ ਹੋਏ, ਕਦੇ ਲਾਲਚ ਨਹੀਂ ਵਧਿਆ। ਲੋਕਾਂ ਨੇ ਹਮੇਸ਼ਾ ਯਾਦ ਰੱਖਿਆ ਕਿ ਅਕਲ ਦੀ ਦੁਕਾਨ ਕੋਈ ਇਮਾਰਤ ਨਹੀਂ, ਸਗੋਂ ਸਾਡੇ ਮਨਾਂ ਅਤੇ ਦਿਲਾਂ ਵਿੱਚ ਹੈ। ਜਿਹੜਾ ਗਿਆਨ ਵੰਡਦਾ ਹੈ, ਉਹ ਕਦੇ ਗਰੀਬ ਨਹੀਂ ਹੁੰਦਾ। ਜਿਹੜਾ ਹੋਰਨਾਂ ਨੂੰ ਅਕਲ ਸਿਖਾਉਂਦਾ ਹੈ, ਉਹ ਆਪ ਸਭ ਤੋਂ ਵੱਧ ਅਕਲਮੰਦ ਬਣਦਾ ਹੈ। ਪਿੰਡ ਦੇ ਲੋਕ ਹੁਣ ਆਪਸੀ ਸਿੱਖਿਆ ਨਾਲ ਖੁਸ਼ੀ ਜੀਵਨ ਬਿਤਾਉਣ ਲੱਗੇ। ਪਰ ਸਮਾਂ ਬੀਤਿਆ ਤੇ ਪਾਸੇ ਦੇ ਪਿੰਡ ਦੇ ਲੋਕਾਂ ਨੂੰ ਵੀ ਇਸ ਅਜੀਬ ਅਕਲ ਦੀ ਦੁਕਾਨ ਦੀ ਖਬਰ ਲੱਗ ਗਈ। ਦੂਜੇ ਪਿੰਡ ਦੇ ਲੋਕਾਂ ਦੀ ਜਿਗਿਆਸਾ। ਉਹ ਲੋਕ ਵੀ ਸੋਚਣ ਲੱਗੇ, ਜੇ ਉਸ ਪਿੰਡ ਦੇ ਲੋਕ ਇੰਨੇ ਸਮਝਦਾਰ ਹੋ ਗਏ ਹਨ ਤਾਂ ਚਲੋ ਅਸੀਂ ਵੀ ਅਕਲ ਖਰੀਦਣ ਜਾਈਏ। ਉਹ ਇਕੱਠੇ ਹੋ ਕੇ ਪਿੰਡ ਵਿੱਚ ਆਏ ਤੇ ਪੁੱਛਣ ਲੱਗੇ, ਦੱਸੋ ਜੀ, ਉਹ ਦੁਕਾਨ ਕਿੱਥੇ ਹੈ? ਪਿੰਡ ਦੇ ਬਜ਼ੁਰਗਾਂ ਨੇ ਹੱਸ ਕੇ ਜਵਾਬ ਦਿੱਤਾ, ਉਹ ਦੁਕਾਨ ਤਾਂ ਹੁਣ ਬੰਦ ਹੋ ਚੁੱਕੀ ਹੈ, ਪਰ ਅਕਲ ਮਿਲਣੀ ਬੰਦ ਨਹੀਂ ਹੋਈ, ਹੁਣ ਇਹ ਸਾਡੇ ਅੰਦਰ ਹੀ ਖੁੱਲੀ ਹੈ। ਯਾਤਰਾ ਦੀ ਸ਼ੁਰੂਆਤ। ਦੂਜੇ ਪਿੰਡ ਦੇ ਲੋਕ ਹੈਰਾਨ ਹੋਏ। ਉਹਨਾਂ ਨੇ ਬੇਨਤੀ ਕੀਤੀ, ਸਾਨੂੰ ਵੀ ਇਹ ਰਾਜ ਸਿਖਾਓ ਤਾਂ ਜੋ ਅਸੀਂ ਵੀ ਸੁਖੀ ਜੀਵਨ ਜੀ ਸਕੀਏ। ਪਹਿਲੇ ਪਿੰਡ ਦੇ ਲੋਕਾਂ ਨੇ ਕਿਹਾ, ਠੀਕ ਹੈ, ਪਰ ਇਹ ਅਕਲ ਸਿਰਫ ਸੁਣਨ ਨਾਲ ਨਹੀਂ ਮਿਲਦੀ, ਤੁਹਾਨੂੰ ਤਜਰਬਾ ਕਰਨਾ ਪਵੇਗਾ। ਇਸ ਤਰ੍ਹਾਂ ਦੋਵੇਂ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਸਿੱਖਿਆ ਯਾਤਰਾ ਤੇ ਨਿਕਲ ਪਏ। ਯਾਤਰਾ ਦੇ ਇਮਤਿਹਾਨ। ਰਾਹ ਵਿੱਚ ਉਹਨਾਂ ਨੂੰ 3 ਚੌਰਾਹੇ ਮਿਲੇ। ਆਲਸ ਦਾ ਚੌਰਾਹਾ, ਜਿੱਥੇ ਇੱਕ ਸੁਹਾਵਣਾ ਬਾਗ ਸੀ ਪਰ ਜ਼ਮੀਨ ਬੰਜਰ। ਲੋਕਾਂ ਨੇ ਸਮਝ ਲਿਆ ਕਿ ਬਿਨਾਂ ਮਿਹਨਤ ਦੇ ਕੋਈ ਫਲ ਨਹੀਂ। ਲਾਲਚ ਦਾ ਚੌਰਾਹਾ, ਜਿੱਥੇ ਸੋਨੇ ਦੀਆਂ ਇੱਟਾਂ ਪਈਆਂ ਸਨ ਪਰ ਹਰ ਕੋਈ ਜਿੰਨਾ ਚੁੱਕਦਾ, ਉਹਨਾਂ ਤੋਂ ਵੀ ਵੱਧ ਗੁਆ ਲੈਂਦਾ। ਲੋਕਾਂ ਨੇ ਸਿੱਖਿਆ ਪਾਈ ਕਿ ਸੰਤੁਸ਼ਟੀ ਹੀ ਖੁਸ਼ੀ ਹੈ। ਅਹੰਕਾਰ ਦਾ ਚੌਰਾਹਾ, ਜਿੱਥੇ ਸ਼ੀਸ਼ਿਆਂ ਦੇ ਮਹਲ ਸਨ। ਜੋ ਵੀ ਅੰਦਰ ਗਿਆ, ਆਪਣਾ ਹੀ ਚਿਹਰਾ ਵੇਖ ਕੇ ਗੁੰਝਲ ਵਿੱਚ ਪੈ ਗਿਆ। ਲੋਕਾਂ ਨੇ ਸਮਝਿਆ ਕਿ ਨਿਮਰਤਾ ਬਿਨਾਂ ਜੀਵਨ ਭਟਕਣਾ ਹੈ। ਵਾਪਸੀ। ਜਦ ਉਹ ਯਾਤਰਾ ਕਰਕੇ ਵਾਪਸ ਆਏ ਤਾਂ ਦੂਜੇ ਪਿੰਡ ਦੇ ਲੋਕਾਂ ਨੇ ਵੀ ਸਿੱਖ ਲਿਆ ਕਿ ਅਕਲ ਦੀ ਦੁਕਾਨ ਬਾਹਰ ਨਹੀਂ, ਆਪਣੇ ਅੰਦਰ ਹੈ। ਹੁਣ ਦੋਵੇਂ ਪਿੰਡਾਂ ਨੇ ਮਿਲ ਕੇ ਇੱਕ ਵੱਡਾ ਮੇਲਾ ਮਨਾਇਆ ਜਿਸ ਦਾ ਨਾਮ ਰੱਖਿਆ ਗਿਆ ਅਕਲ ਮੇਲਾ, ਜਿੱਥੇ ਹਰ ਸਾਲ ਲੋਕ ਇਕੱਠੇ ਹੋ ਕੇ ਆਪਣੀਆਂ ਗਲਤੀਆਂ ਅਤੇ ਸਿੱਖਾਂ ਸਾਂਝੀਆਂ ਕਰਦੇ। ਆਖਰੀ ਸਿੱਖ। ਅਕਲ ਦੀ ਦੁਕਾਨ ਕਦੇ ਗਾਇਬ ਨਹੀਂ ਹੁੰਦੀ, ਉਹ ਹਰ ਇਨਸਾਨ ਦੇ ਅੰਦਰ ਵਸਦੀ ਹੈ। ਜੇ ਲੋਕ ਆਪਣਾ ਤਜਰਬਾ ਹੋਰਨਾਂ ਨਾਲ ਵੰਡਣ ਲੱਗ ਪਏ ਤਾਂ ਪਿੰਡ ਦੇਸ਼ ਅਕਲ ਦੀਆਂ ਦੁਕਾਨਾਂ ਖੁੱਲੀਆਂ ਰਹਿੰਦੀਆਂ ਹਨ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੁਣਨ ਲਈ।